ਸਤਿ ਸ੍ਰੀ ਅਕਾਲ ਜੀ। ਐਗਜ਼ਾਮ ਪਲੱਸ ਐਜੂਕੇਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤਾਂ ਅੱਜ ਅਸੀਂ ਇਸ ਪੂਰੇ ਹਫਤੇ ਦੀਆਂ ਵੱਡੀਆਂ-ਵੱਡੀਆਂ ਖਬਰਾਂ ਤੇ ਇੱਕ ਨਜ਼ਰ ਮਾਰਾਂਗੇ, ਪਰ ਇੱਕ ਵੱਖਰੇ ਅੰਦਾਜ਼ ਵਿੱਚ ਸਾਡੇ ਖਾਸ MCQ ਸਟਾਈਲ ਗ੍ਰਾਫਿਕਸ ਨਾਲ। ਇਹ ਕੋਈ ਬੋਰਿੰਗ ਲੈਕਚਰ ਨਹੀਂ, ਬਿਲਕੁਲ ਨਹੀਂ। ਇਹ ਤਾਂ ਤੁਹਾਡੇ ਗਿਆਨ ਲਈ ਇੱਕ ਚੈਲੰਜ ਹੈ। ਚਲੋ ਦੇਖਦੇ ਹਾਂ ਇਸ ਹਫਤੇ ਦੀਆਂ ਸੁਰਖੀਆਂ ਤੇ ਤੁਹਾਡੀ ਕਿੰਨੀ ਕੁ ਪਕੜ ਹੈ। ਕੁਇਜ਼ ਸ਼ੁਰੂ ਕਰਨ ਤੋਂ ਪਹਿਲਾਂ ਦਿਨ ਦਾ ਇਹ ਖਾਸ ਵਿਚਾਰ ਦੇਖੋ, ਕਿੰਨੀ ਡੂੰਘੀ ਗੱਲ ਹੈ ਨਾ। ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜੇ ਕੁਝ ਨਵਾਂ ਸਿੱਖਣਾ ਹੈ ਤਾਂ ਨਿਮਰਤਾ ਬਹੁਤ ਜ਼ਰੂਰੀ ਹੈ। ਤੇ ਇਸੇ ਭਾਵਨਾ ਨਾਲ ਆਓ ਅੱਜ ਦੀ ਗਿਆਨ ਦੀ ਪਰਖ ਸ਼ੁਰੂ ਕਰੀਏ। ਤਾਂ ਫਿਰ ਸਾਰੇ ਤਿਆਰ ਹੋ? ਆਪਣੇ ਗਿਆਨ ਨੂੰ ਪਰਖਣ ਦਾ ਵੇਲਾ ਆ ਗਿਆ ਹੈ। ਚਲੋ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਕਿ ਇਸ ਹਫਤੇ ਦੀਆਂ ਮੁੱਖ ਘਟਨਾਵਾਂ ਬਾਰੇ ਕਿੰਨੀ ਜਾਣਕਾਰੀ ਹੈ। ਠੀਕ ਹੈ, ਪਹਿਲਾ ਰਾਊਂਡ। ਇਸ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਸੁਰਖੀਆਂ ਦੀ, ਮਤਲਬ ਉਹ ਖਬਰਾਂ ਜਿਨ੍ਹਾਂ ਨੇ ਇਸ ਹਫਤੇ ਰਾਜਨੀਤੀ ਤੇ ਬਿਜ਼ਨਸ ਦੀ ਦੁਨੀਆ ਵਿੱਚ ਹਲਚਲ ਮਚਾਈ। ਲਓ ਜੀ, ਪਹਿਲਾ ਸਵਾਲ ਆ ਰਿਹਾ ਸਾਡੇ ਗੁਆਂਢੀ ਮੁਲਕ ਨੇਪਾਲ ਤੋਂ। ਹਾਲ ਹੀ ਵਿੱਚ ਉੱਥੇ ਇੱਕ ਵੱਡੀ ਰਾਜਨੀਤਿਕ ਘਟਨਾ ਵਾਪਰੀ ਹੈ। ਸਵਾਲ ਹੈ ਕਿ ਨੇਪਾਲ ਦੇ ਪਹਿਲੇ ਮਦੇਸ਼ੀ ਪ੍ਰਧਾਨ ਮੰਤਰੀ ਵਜੋਂ ਕਿਸ ਨੂੰ ਚੁਣਿਆ ਗਿਆ ਹੈ? ਸੋਚੋ ਜ਼ਰਾ। ਤੇ ਸਹੀ ਜਵਾਬ ਹੈ ਬਲੰਦਰ ਸ਼ਾਹ। ਇਹ ਕੋਈ ਛੋਟੀ ਗੱਲ ਨਹੀਂ। ਨੇਪਾਲ ਦੇ ਮਦੇਸ਼ੀ ਭਾਈਚਾਰੇ ਲਈ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਪਲ ਹੈ। ਇਹ ਉੱਥੋਂ ਦੀ ਰਾਜਨੀਤੀ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਸੰਕੇਤ ਹੈ। ਚਲੋ ਹੁਣ ਰਾਜਨੀਤੀ ਤੋਂ ਉਡਾਨ ਭਰਦਿਆਂ ਸਿੱਧਾ ਬਿਜ਼ਨਸ ਦੀ ਦੁਨੀਆ ਵੱਲ। ਭਾਰਤ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਤੋਂ ਇੱਕ ਅਹਿਮ ਖਬਰ ਆਈ ਹੈ। ਸਵਾਲ ਇਹ ਹੈ ਕਿ ਕੰਪਨੀ ਦੇ CEO ਦੇ ਅਹੁਦੇ ਤੋਂ ਕਿਸਨੇ ਹਾਲ ਹੀ ਵਿੱਚ ਅਸਤੀਫਾ ਦੇ ਦਿੱਤਾ? ਤੇ ਇਸ ਦਾ ਜਵਾਬ ਹੈ ਪੀਟਰ ਐਲਬਰਜ਼। ਦੇਖੋ, ਜਦੋਂ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਵਿੱਚ ਇੰਨਾ ਵੱਡਾ ਬਦਲਾਅ ਹੁੰਦਾ ਹੈ ਤਾਂ ਇਸ ਦਾ ਅਸਰ ਸਿਰਫ ਉਸ ਕੰਪਨੀ ਤੇ ਹੀ ਨਹੀਂ, ਬਲਕਿ ਪੂਰੇ ਏਵੀਏਸ਼ਨ ਸੈਕਟਰ ਤੇ ਪੈਣਾ ਲਾਜ਼ਮੀ ਹੈ। ਅਗਲਾ ਸਵਾਲ ਥੋੜਾ ਗੰਭੀਰ ਹੈ। ਇੱਕ ਅੰਤਰਰਾਸ਼ਟਰੀ ਸੰਕਟ ਨੂੰ ਭਾਰਤ ਦੀ ਨੀਤੀ ਨਾਲ ਜੋੜਦਾ ਹੈ। ਦੇਖੋ, ਪੱਛਮੀ ਏਸ਼ੀਆ ਵਿੱਚ ਸੰਕਟ ਚੱਲ ਰਿਹਾ ਹੈ, ਜਿਸ ਕਰਕੇ LNG ਗੈਸ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ। ਤਾਂ ਭਾਰਤ ਸਰਕਾਰ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਗੈਸ ਦੇ ਵੰਡ ਨੂੰ ਤਰਜੀਹ ਦੇਣ ਲਈ ਕਿਹੜਾ ਐਕਟ ਲਾਗੂ ਕੀਤਾ ਹੈ? ਤੇ ਜਵਾਬ ਹੈ ਜ਼ਰੂਰੀ ਵਸਤਾਂ ਐਕਟ, ਯਾਨੀ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਇਹ ਕਾਨੂੰਨ ਸਰਕਾਰ ਨੂੰ ਇੱਕ ਖਾਸ ਤਾਕਤ ਦਿੰਦਾ ਹੈ ਕਿ ਜਦੋਂ ਵੀ ਕੋਈ ਸੰਕਟ ਆਵੇ ਤਾਂ ਉਹ ਜ਼ਰੂਰੀ ਚੀਜ਼ਾਂ ਦੀ ਸਪਲਾਈ ਅਤੇ ਕੀਮਤਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦੀ ਹੈ, ਤਾਂ ਕਿ ਆਮ ਲੋਕਾਂ ਨੂੰ ਮੁਸ਼ਕਿਲ ਨਾ ਹੋਵੇ। ਬਹੁਤ ਵਧੀਆ, ਪਹਿਲਾ ਦੌਰ ਖਤਮ ਹੋਇਆ, ਹੁਣ ਵਧਦੇ ਹਾਂ ਦੂਜੇ ਦੌਰ ਵੱਲ। ਇਸ ਵਿੱਚ ਗੱਲ ਹੋਵੇਗੀ ਸਾਡੇ ਦੇਸ਼ ਦੇ ਵਿਕਾਸ ਅਤੇ ਵਾਤਾਵਰਣ ਦੀ। ਅੱਛਾ, ਚੀਤਿਆਂ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ। ਕੂਨੋ ਨੈਸ਼ਨਲ ਪਾਰਕ ਤੇ ਗਾਂਧੀ ਸਾਗਰ ਸੈਂਚੁਰੀ ਤਾਂ ਪਹਿਲਾਂ ਹੀ ਉਹਨਾਂ ਦੇ ਘਰ ਬਣ ਚੁੱਕੇ ਨੇ। ਹੁਣ ਸਵਾਲ ਇਹ ਹੈ ਕਿ ਅਫਰੀਕੀ ਚੀਤਿਆਂ ਦਾ ਤੀਜਾ ਘਰ ਕਿਹੜੀ ਸੈਂਚੁਰੀ ਨੂੰ ਬਣਾਇਆ ਜਾਵੇਗਾ? ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ। ਤੇ ਸਹੀ ਜਵਾਬ ਹੈ ਮੱਧ ਪ੍ਰਦੇਸ਼ ਦੀ ਰਾਣੀ ਦੁਰਗਾਵਤੀ ਸੈਂਚੁਰੀ। ਇਹ ਭਾਰਤ ਦੇ ਬਹੁਤ ਹੀ ਮਹੱਤਵਪੂਰਨ ਚੀਤਾ ਰੀਇੰਟਰੋਡਕਸ਼ਨ ਪ੍ਰੋਗਰਾਮ ਦਾ ਅਗਲਾ ਪੜਾਅ ਹੈ। ਇੱਕ ਹੋਰ ਵੱਡਾ ਕਦਮ। ਠੀਕ ਹੈ, ਹੁਣ ਇੱਕ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਵਿਸ਼ੇ ਤੇ ਆਉਂਦੇ ਹਾਂ। ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ, ਜਿਸ ਨੇ ਪੈਸਿਵ ਯੂਥਨੇਸ਼ੀਆ ਨੂੰ ਇੱਕ ਮੌਲਿਕ ਅਧਿਕਾਰ ਮੰਨ ਲਿਆ ਹੈ। ਸਵਾਲ ਇਹ ਹੈ ਕਿ ਸੰਵਿਧਾਨ ਦੇ ਕਿਹੜੇ ਅਨੁਛੇਦ, ਯਾਨੀ ਕਿ ਆਰਟੀਕਲ ਦੇ ਤਹਿਤ ਇਸ ਨੂੰ ਮਾਨਤਾ ਦਿੱਤੀ ਗਈ ਹੈ? ਇਸ ਦਾ ਜਵਾਬ 1 ਨੰਬਰ ਵਿੱਚ ਹੈ, ਅਤੇ ਉਹ ਨੰਬਰ ਹੈ 21। ਜੀ ਹਾਂ, ਆਰਟੀਕਲ 21। ਇਹ ਸਿਰਫ ਇੱਕ ਅੰਕੜਾ ਨਹੀਂ ਹੈ, ਇਹ ਭਾਰਤ ਦੇ ਹਰ ਨਾਗਰਿਕ ਦੇ ਜੀਵਨ ਅਤੇ ਸਨਮਾਨ ਨਾਲ ਜਿਉਣ ਦੇ ਹੱਕ ਦੀ ਗਾਰੰਟੀ ਹੈ। ਦੇਖੋ, ਆਰਟੀਕਲ 21 ਦਾ ਮਤਲਬ ਹੈ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ। ਸਾਲਾਂ ਤੋਂ ਇਸ ਦਾ ਮਤਲਬ ਇਹੀ ਸੀ, ਪਰ ਹੁਣ ਸੁਪਰੀਮ ਕੋਰਟ ਨੇ ਇਸ ਦੀ ਪਰਿਭਾਸ਼ਾ ਨੂੰ ਹੋਰ ਵਿਸ਼ਾਲ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਵਿੱਚ ਸਨਮਾਨ ਨਾਲ ਮਰਨ ਦਾ ਅਧਿਕਾਰ ਵੀ ਸ਼ਾਮਿਲ ਹੈ। ਉਹਨਾਂ ਦਾ ਤਰਕ ਇਹ ਹੈ ਕਿ ਜੇ ਸਨਮਾਨ ਨਾਲ ਜੀਣਾ ਮੌਲਿਕ ਅਧਿਕਾਰ ਹੈ, ਤਾਂ ਸਨਮਾਨ ਨਾਲ ਇਸ ਦੁਨੀਆ ਤੋਂ ਜਾਣਾ ਵੀ ਉਸੇ ਅਧਿਕਾਰ ਦਾ ਹਿੱਸਾ ਹੈ। ਸੱਚਮੁੱਚ ਇਹ ਭਾਰਤੀ ਕਾਨੂੰਨ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ। ਤੇ ਇਸ ਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਸਾਡੇ ਆਖਰੀ ਰਾਊਂਡ ਤੇ। ਇਹ ਹੈ ਕਲਾਸਿਕ ਸਟੈਟਿਕ ਜੀਕੇ ਦਾ ਦੌਰ। ਇੱਥੇ ਦੇਖਾਂਗੇ ਕਿ ਪੁਰਾਣੀਆਂ ਗੱਲਾਂ ਕਿੰਨੀਆਂ ਕੁ ਯਾਦ ਹਨ। ਚਲੋ ਆਪਣੀ ਯਾਦਦਾਸ਼ਤ ਨੂੰ ਥੋੜਾ ਪਰਖੀਏ। ਪਹਿਲਾ ਸਵਾਲ ਪ੍ਰੋਜੈਕਟ ਸਨੋ ਲੈਪਰਡ ਬਾਰੇ ਹੈ। ਬਰਫੀਲੇ ਤੇਂਦੂਏ ਨੂੰ ਬਚਾਉਣ ਲਈ ਇਹ ਪ੍ਰੋਜੈਕਟ ਭਾਰਤ ਵਿੱਚ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ? ਸੋਚੋ, ਯਾਦ ਹੈ? ਜਿਨ੍ਹਾਂ ਨੇ 2009 ਸੋਚਿਆ, ਬਿਲਕੁਲ ਸਹੀ। ਇਹ ਪ੍ਰੋਜੈਕਟ 2009 ਵਿੱਚ ਸ਼ੁਰੂ ਹੋਇਆ ਸੀ। ਇਸ ਦਾ ਇੱਕੋ ਇੱਕ ਮਕਸਦ ਸੀ,
ਹਿਮਾਲਿਆ ਦੇ ਉੱਚੇ ਪਹਾੜਾਂ ਦੇ ਵਾਤਾਵਰਣ ਅਤੇ ਉੱਥੋਂ ਦੇ ਸ਼ਾਨਦਾਰ ਜੀਵ ਸਨੋ ਲੈਪਰਡ ਦੀ ਰੱਖਿਆ ਕਰਨਾ। ਠੀਕ ਹੈ, ਆਖਰੀ ਦੌਰ ਦਾ ਅਗਲਾ ਸਵਾਲ। ਇਹ ਭਾਰਤੀ ਲੋਕਤੰਤਰ ਦੀ ਬੁਨਿਆਦ ਨਾਲ ਜੁੜਿਆ ਹੋਇਆ ਹੈ। ਸਵਾਲ ਬਹੁਤ ਸਿੱਧਾ ਹੈ, ਆਜ਼ਾਦ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ? ਉਹ ਪਹਿਲੇ ਵਿਅਕਤੀ ਜਿਨ੍ਹਾਂ ਦੇ ਮੋਢਿਆਂ ਤੇ ਦੇਸ਼ ਦੀਆਂ ਪਹਿਲੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੀ। ਅਤੇ ਉਹ ਇਤਿਹਾਸਿਕ ਸ਼ਖਸੀਅਤ ਸਨ, ਸੁਕੁਮਾਰ ਸੇਨ। ਸਾਨੂੰ ਇਹ ਨਾਮ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹੀ ਉਸ ਮਜ਼ਬੂਤ ਚੋਣ ਪ੍ਰਣਾਲੀ ਦੀ ਨੀਂਹ ਰੱਖੀ ਸੀ ਜਿਸ ਤੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮਾਣ ਨਾਲ ਖੜਾ ਹੈ। ਤੇ ਇਸ ਸਵਾਲ ਦੇ ਨਾਲ ਹੀ ਸਾਡਾ ਅੱਜ ਦਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸਿੱਖਣ ਦਾ ਸਫ਼ਰ ਕਦੇ ਖਤਮ ਨਹੀਂ ਹੁੰਦਾ। ਅੱਜ ਜੋ ਸੁਰਖੀਆਂ ਵਿੱਚ ਹੈ ਉਹ ਕੱਲ ਦਾ ਇਤਿਹਾਸ ਬਣ ਜਾਵੇਗਾ। ਤਾਂ ਹੁਣ ਸਵਾਲ ਇਹ ਹੈ ਕਿ ਤੁਸੀਂ ਅੱਗੇ ਕਿਸ ਕਹਾਣੀ ਤੇ ਧਿਆਨ ਦਿਓਗੇ? ਆਪਣੀ ਜਾਣਨ ਦੀ ਭੁੱਖ ਨੂੰ ਹਮੇਸ਼ਾ ਜਗਾਈ ਰੱਖਿਓ। ਮਿਲਦੇ ਹਾਂ, ਬਹੁਤ ਬਹੁਤ ਧੰਨਵਾਦ।